कि बठिंडा जिन्हों ये कहा जाता कि जद्दी सीट है बादल परिवार की, उत्थे तुसीं चैलेंज किया, बहुत बड़ा चैलेंज। उन्होंने लोगों ने चुनाव लड़के जिहड़े कि दुनिया के सब तो अमीर सिख या लुटेरे जिन्होंने पंजाब में लुटिया अमीर, वो जद्दी पुश्ती नहीं सी। वड़िंग साहब ਉਹਦੇ ਵਿੱਚੋਂ ਵੀ ਇਹ ਚੀਜ਼ ਝਲਕ ਰਹੀ ਸੀ ਕਿਤੇ ਨਾ ਕਿਤੇ ਕਿ ਲੋਕ ਜਿਹੜੇ ਦੱਸ ਨਹੀਂ ਰਹੇ। ਪੰਜਾਬ ਦੀ ਇਹੋ ਜਿਹੀ ਸਿਚੁਏਸ਼ਨ ਪਹਿਲਾਂ ਤੁਸੀਂ ਕਦੀ ਦੇਖੀ ਹੈ? बिल्कुल ਤੁਹਾਨੂੰ ਆਪਦਾ ਭੇਦ ਨਹੀਂ ਦਿੰਦੇ लोग पार्टियां ਨੂੰ भी ਉੱਪਰ ਉੱਠ ਕੇ कुछ कैंडीडेटां ਨੂੰ भी पसंद था लोगों ने। और एकदम जो ਸਾਨੂੰ ट्रांसपोर्ट महकमा ਦਿੱਤਾ ਜਾਂਦਾ ਹੈ ਤੇ ट्रांसपोर्ट महकमे ਤੋਂ ਬਾਅਦ ਫਿਰ ਉਹਦਾ ਚਰਚਾ ਦੇਸ਼ ਵਿਦੇਸ਼ ਦੇ ਵਿੱਚ ਹੁੰਦਾ। ਮੰਤਰਾਲੇ ਤਾਂ ਕਈ ਵੀ ਹੋਰ ਵੀ ਆਏ ਤਾਂ ਜਿਹੜੇ ਆਏ ਉਹ ਤਾਂ ਚੁੱਪ ਕਰਕੇ ਜਿਵੇਂ ਪਹਿਲਾਂ ਬੈਠੇ ਸੀ ਉੱਥੇ ਬੈਠੇ ਰਹੇ। ਪਰ ਰਾਜਾ ਵੜਿੰਗ ਹੋਰਾਂ ਨੇ ਇਹਦੇ ਵਿੱਚੋਂ ਕੀ ਲਰਨ ਕੀਤਾ? पंनू साहब अगर मैनू कोई वैसे 2.5 महीने से कोई अहदा दिता तो शायद मैं वो ना लेना, बट मैं आप प्रूव कर और लोगों ने दिखाया कि नहीं 2.5 महीने ही काफी हैं। थले नेटवर्क पे थला जाल है, मुझे नहीं लगता सी ट्रांसपोर्ट ऐसे कोई माफिया है, बट टू बी वेरी ऑनेस्ट इट्स द बिगेस्ट माफिया। जो लोग ऑर्बिट का नाम लैन लग गए फिर बादल वाले ने एक बड़ी बड़ी गेम खेली। ये बादल दिया बस इंडो कनेडियन भी है सो डिफरेंट नाम से डिफरेंट कंपनीज मेरा ख्याल होनी है इन्होंने कोई 1000 वास्ते। वो ये कह रहे हैं जितना जो तुम जिक्र बार बार कर दो फाइनेंस मिनिस्टर भी कितने ना कितने तो वो भी तुहानू हराउण दी यतन कर रहे हैं। ये बारे में पंनू साहब टिप्पणी ना करना तो चाहिए। अक्सर ही बड़े लोग छोटे लोगों के विरोध खड़े हो जाए। ਸਤਿ ਸ਼੍ਰੀ ਅਕਾਲ ਜੀ। ਤੇ ਅਸੀਂ ਗਿੱਦੜਬਾਹਾ ਹਲਕੇ ਦੇ ਵਿੱਚ ਹਾਂ ਔਰ ਜਿਹੜੀ ਮੈਂ ਗੱਲ ਅਕਸਰ ਕਰਦਾ ਕਿ ਜੇ ਆਪਾਂ 70 ਸਾਲਾਂ ਦੀ ਗੱਲ ਕਰੀਏ ਤਾਂ ਕੁਝ ਪਰਿਵਾਰਾਂ ਦਾ ਹੀ ਕਬਜ਼ਾ ਪੰਜਾਬ ਦੀ ਸਿਆਸਤ ਦੇ ਉੱਤੇ ਰਿਹਾ। ਕੀ ਕਾਰਨ ਨੇ ਉਹ ਇੱਕ ਲੰਬਾ ਵਿਸ਼ਾ ਕਿ ਕਿਉਂ ਨਹੀਂ ਆਮ ਘਰਾਂ ਦੇ ਜਿਨ੍ਹਾਂ ਦਾ ਕੋਈ ਪਿਛੋਕੜ ਨਹੀਂ ਹੈ ਸਿਆਸਤ ਤੋਂ ਉਹ ਲੋਕ ਨਹੀਂ ਉੱਠਣ ਦਿੱਤੇ ਜਾਂਦੇ। ਜੇ ਕਿਤੇ ਜਗ੍ਹਾ ਦੇ ਉੱਤੇ ਕੋਈ ਉੱਠਦੇ ਨੇ ਉਹਨਾਂ ਦੀ ਕਾਰਗੁਜ਼ਾਰੀ ਵਰਣਨਯੋਗ ਜ਼ਰੂਰ ਰਹਿੰਦੀ ਹੈ ਕਿਉਂਕਿ ਉਹਨਾਂ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਹੁੰਦਾ। ਇੱਕ ਨਾਮ ਪਿਛਲੇ ਦਿਨਾਂ ਦੇ ਵਿੱਚ ਚਰਚਿਤ ਰਿਹਾ ਬੜੇ ਥੋੜ੍ਹੇ ਜਿਹੇ ਸਮੇਂ ਦੇ ਵਾਸਤੇ, ਉਂਝ ਵੈਸੇ 2019 ਦੀਆਂ ਚੋਣਾਂ ਦੇ ਵਿੱਚ ਵੀ ਚਰਚਿਤ ਸੀ। ਇੱਕ ਵਾਰੀ ਤਾਂ ਇਉਂ ਲੱਗਦਾ ਸੀ ਕਿ 19 ਦੇ ਵਿੱਚ ਪਾਸਾ ਪਲਟ ਗਿਆ ਪਰ ਨਹੀਂ ਪਲਟ ਸਕਿਆ। ਕੁਝ ਮਹੀਨਿਆਂ ਦੇ ਵਾਸਤੇ ਜਦੋਂ ਉਹ ਟਰਾਂਸਪੋਰਟ ਮੰਤਰੀ ਬਣੇ ਤਾਂ ਉਹਦਾ ਚਰਚਾ ਦੇਸ਼ ਵਿਦੇਸ਼ ਦੇ ਵਿੱਚ ਵੀ ਹੋਇਆ ਔਰ ਇਸ ਵੇਲੇ ਉਹ ਫੇਰ ਕੈਂਡੀਡੇਟ ਨੇ ਰਾਜਾ ਵੜਿੰਗ ਜੀ। ਧੰਨਵਾਦ ਜੀ ਗੱਲਬਾਤ ਕਰਨ ਲਈ। ਧੰਨਵਾਦ ਬਲਤੇਜ ਜੀ, ਕੀ ਹਾਲ ਹੈ ਤੁਹਾਡਾ? ਠੀਕ ਠਾਕ? ਬਹੁਤ ਵਧੀਆ ਜੀ। ਵੜਿੰਗ ਸਾਹਿਬ ਵੈਸੇ ਸਬੱਬ ਨਹੀਂ ਬਣ ਸਕਿਆ, ਕਿੰਨੀ ਵਾਰੀ ਫੋਨ ਤੇ ਗੱਲ ਹੋਈ, ਹੁਣ ਆਉਂਦੇ ਇਲੈਕਸ਼ਨ ਆ ਗਈ ਜੀ। ਫਿਰ ਤੁਸੀਂ ਹਮੇਸ਼ਾ ਇੱਥੇ ਰਹੇ ਹੋ, ਵੇਖਦੇ ਰਹਿੰਦੇ ਹੋ, ਤੁਸੀਂ ਲਿਖਦੇ ਰਹਿੰਦੇ ਹੋ। ਪੰਜਾਬ ਦਾ ਚੰਦ ਹੀ ਲੋਕਾਂ ਨੂੰ ਦਰਦ ਮੈਨੂੰ ਲੱਗਦਾ ਕਿ ਹੈਗਾ ਅੱਜ ਦੇ ਯੁੱਗ ਦੇ ਅੰਦਰ ਤੇ ਉਹਨਾਂ ਵਿੱਚੋਂ ਤੁਸੀਂ ਇੱਕ ਹੋ। ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ। ਥੈਂਕ ਯੂ ਵੜਿੰਗ ਸਾਹਿਬ। ਬੇਸ਼ੱਕ ਮਿਲਦੇ ਨਹੀਂ ਪਰ ਤੁਹਾਨੂੰ ਅਸੀਂ ਯਾਦ ਕਰਦੇ ਰਹਿੰਦੇ ਹੋ ਜਦੋਂ ਕਦੇ ਕਦੇ ਜੋ ਤੁਸੀਂ ਲਿਖਦੇ ਹੋ ਉਹ ਪੜ੍ਹ ਕੇ ਸਾਨੂੰ ਆਨੰਦ ਆ ਜਾਂਦਾ ਹੈ। 19 ਦੀ ਜਿਹੜੀ ਇਲੈਕਸ਼ਨ ਸੀ ਜਿਹਦਾ ਮੈਂ ਜ਼ਿਕਰ ਕੀਤਾ ਵੜਿੰਗ ਸਾਹਿਬ, ਉਹਨੇ ਬੜਾ ਇੱਕ ਤਬਦੀਲੀ ਲਿਆਂਦੀ। ਉਹਨੇ ਇੱਕ ਜਿਹੜਾ ਆਗੂ ਸੀਗਾ ਜਿਹੜਾ ਜਿਵੇਂ ਮੈਂ ਜ਼ਿਕਰ ਕੀਤਾ ਕਿ ਆਮ ਜੇ ਘਰ ਦੇ ਵਿੱਚ ਉੱਠ ਹੋਇਆ। ਹਾਲਾਂਕਿ ਗਿੱਦੜਬਾਹਾ ਦੀ ਜਦੋਂ ਤੁਸੀਂ ਇਲੈਕਸ਼ਨ ਜਿੱਤੀ ਚਰਚਾ ਤਾਂ ਉਦੋਂ ਵੀ ਸੀ ਪਰ 19 ਦੇ ਵਿੱਚ ਇਹ ਚਰਚਾ ਵੱਡਾ ਹੋਇਆ। ਉਹਦਾ ਸ਼ਾਇਦ ਇੱਕ ਕਾਰਨ ਇਹ ਵੀ ਸੀਗਾ ਕਿ ਕਾਂਗਰਸ ਹਾਈ ਕਮਾਂਡ ਨੇ ਤੁਹਾਨੂੰ ਇਹ ਸਮਝਿਆ ਕਿ ਬਠਿੰਡਾ ਜਿਹਨੂੰ ਇਹ ਕਿਹਾ ਜਾਂਦਾ ਕਿ ਜੱਦੀ ਸੀਟ ਹੈ ਬਾਦਲ ਪਰਿਵਾਰ ਦੀ, ਉੱਥੇ ਤੁਸੀਂ ਚੈਲੰਜ ਕੀਤਾ, ਬਹੁਤ ਵੱਡਾ ਚੈਲੰਜ ਕੀਤਾ। ਤੁਸੀਂ ਬਿਹਤਰ ਜਾਣਦੇ ਹੋ ਕਿ ਕਿੱਥੇ ਥੋੜੀ ਜਿਹੀ ਗੜਬੜ ਹੋਈ ਕਿਸੇ ਜਗ੍ਹਾ ਦੇ ਉੱਤੇ। ਤੁਹਾਨੂੰ ਲੱਗਦਾ 19 ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਸੀ ਉਹਨੇ ਇੱਕ ਨਵਾਂ ਰਾਜਾ ਵੜਿੰਗ ਪੈਦਾ ਕੀਤਾ ਜਿਹੜਾ ਕਿ ਲੋਕਾਂ ਦੇ ਵਿੱਚ ਚਰਚਿਤ ਹੋਇਆ? ਜੀ ਬਲਤੇਜ ਜੀ 100% ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸੱਚ ਹੈ। ਮੈਨੂੰ ਵੀ ਮਤਲਬ ਕਿ ਇੱਕ ਨਵਾਂ ਤਜਰਬਾ ਹੋਇਆ
ਉਹਨਾਂ ਲੋਕਾਂ ਨਾਲ ਚੁਣਾਵ ਲੜ ਕੇ ਜਿਹੜੇ ਕਿ ਦੁਨੀਆ ਦੇ ਸਭ ਤੋਂ ਅਮੀਰ ਸਿੱਖ ਜਾਂ ਲੁਟੇਰੇ ਹਨ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ। ਅਮੀਰ ਉਹ ਜੱਦੀ ਪੁਸ਼ਤੀ ਨਹੀਂ ਸੀ, ਐਂਡ ਲੋਕ ਇਹ ਮੰਨਦੇ ਨਹੀਂ ਸੀ ਵੀ ਅਸੀਂ ਚੰਗੀ ਤਰੀਕੇ ਨਾਲ ਚੁਣਾਵ ਵੀ ਉਹਨਾਂ ਨਾਲ ਲੜ ਸਕਦੇ, ਕੋਈ ਆਮ ਬੰਦਾ ਵੀ ਉਹਨਾਂ ਦਾ ਮੁਕਾਬਲਾ ਕਰ ਸਕਦਾ। ਲੇਕਿਨ ਪ੍ਰਮਾਤਮਾ ਦੀ ਕਿਰਪਾ ਰਹੀ, ਅਸੀਂ ਚੁਣਾਵ ਲੜੇ ਔਰ ਬਹੁਤ ਵੱਡੀ ਕਾਮਯਾਬੀ ਸਾਨੂੰ ਮਿਲੀ। ਕਿਤੇ ਆ ਕੇ ਸਾਨੂੰ ਹਾਰ ਦਾ ਸਾਹਮਣਾ ਜਿਹੜਾ ਕਰਨਾ ਪਿਆ, ਉਹ ਵੀ ਮੈਨੂੰ ਲੱਗਦਾ ਕੁਝ ਨਾ ਕੁਝ ਆਪਦੇ ਲੋਕਾਂ ਵੱਲੋਂ ਹੀ ਮਾਰ ਦਿੱਤਾ ਗਿਆ। ਲੇਕਿਨ ਤਜਰਬਾ ਬੜਾ ਹੋਇਆ, ਉਹਦੇ ਵਿੱਚ ਪਤਾ ਲੱਗ ਗਿਆ ਵੀ ਅਸਲੀਅਤ ਰਾਜਨੀਤੀ ਕੀ ਹੁੰਦੀ ਹੈ। ਕਈ ਵਾਰੀ ਤਾਂ ਹੁੰਦਾ ਸੀ ਚੁਣਾਵ ਟਿਕਟ ਮਿਲ ਗਈ ਤੇ ਚੁਣਾਵ ਲੜ ਪਏ ਤੇ ਸਾਨੂੰ ਇਹ ਲੱਗਦਾ ਸੀ ਸਭ ਤੁਹਾਡੇ ਨਾਲ ਹੈ, ਜਿਹਦੇ ਝੰਡਾ ਲੱਗਿਆ ਉਹ ਵੀ ਤੁਹਾਡੇ ਨਾਲ ਹੈ, ਜਿਹਦੇ ਹੱਥ 'ਚ ਡੰਡਾ ਉਹ ਵੀ ਨਾਲ ਹੈ, ਜੋ ਨਾਰਾ ਲਾ ਰਿਹਾ ਉਹ ਵੀ ਤੁਹਾਡੇ ਨਾਲ ਹੈ, ਜੋ ਸਟੇਜ ਤੇ ਤੁਹਾਡੇ ਹੱਕ 'ਚ ਬੋਲ ਰਿਹਾ ਉਹ ਵੀ ਤੁਹਾਡੇ ਨਾਲ ਹੈ। ਪਰ ਕੁਝ ਸਾਥੀ ਐਸੇ ਸਨ ਜਿਹੜੇ ਲੱਗਦਾ ਨਹੀਂ ਸੀ, ਕਸਮਾਂ ਵੀ ਉਹਨਾਂ ਨੇ ਖਾਧੀਆਂ ਤੇ ਪਰ ਉਹ ਧੋਖਾ ਦੇ ਗਏ। ਐਸੇ ਪਤਾ ਲੱਗ ਗਿਆ। ਹੁਣ ਇਹ ਐਕਸਪੀਰੀਅੰਸ ਹੁੰਦਾ ਹੈ। ਹੁਣ ਕਈ ਵਾਰੀ ਪਿੰਡਾਂ 'ਚ ਸਾਨੂੰ ਅੱਖ ਵੇਖ ਕੇ ਅਸੀਂ ਦੱਸ ਦਈਦਾ ਨਾਰਾ ਤਾਂ ਸਾਡਾ ਲਾ ਰਿਹਾ ਹੁੰਦਾ, ਪਰ ਉਹ ਵੋਟ ਨਹੀਂ ਪਾਏਗਾ। ਸੋ ਇਹ ਕਾਫੀ ਤਜਰਬਾ ਹੋਇਆ ਚੁਣਾਵ ਲੜ ਕੇ 19 ਦਾ। ਮੈਂ ਤੁਹਾਡਾ ਇੱਕ ਸੁਣ ਰਿਹਾ ਸੀਗਾ ਇੱਥੇ ਜਿੱਥੇ ਤੁਸੀਂ ਸੰਬੋਧਨ ਕਰ ਰਹੇ ਸੀਗੇ, ਤੇ ਵੜਿੰਗ ਸਾਹਿਬ ਉਹਦੇ ਵਿੱਚੋਂ ਵੀ ਇਹ ਚੀਜ਼ ਝਲਕ ਰਹੀ ਸੀਗੀ ਕਿਤੇ ਨਾ ਕਿਤੇ ਕਿ ਲੋਕ ਜਿਹੜੇ ਉਹ ਦੱਸ ਨਹੀਂ ਰਹੇ। ਪੰਜਾਬ ਦੀ ਇਹੋ ਜਿਹੀ ਸਿਚੁਏਸ਼ਨ ਪਹਿਲਾਂ ਤੁਸੀਂ ਕਦੀ ਦੇਖੀ ਹੈ? ਹੁਣ ਲੋਕਾਂ ਨੂੰ ਪੜ੍ਹਨਾ ਬੜਾ ਔਖਾ ਹੋ ਗਿਆ। ਬਹੁਤ ਲੋਕ ਤੁਹਾਡੇ ਨਾਲੋਂ ਵੀ ਜ਼ਿਆਦਾ ਸਮਾਰਟ ਨੇ। ਲੋਕ ਬਿਲਕੁਲ ਤੁਹਾਨੂੰ ਆਪਦਾ ਭੇਦ ਨਹੀਂ ਦਿੰਦੇ। ਲੋਕ ਚੁੱਪ ਚੁਪੀਤੇ, ਪਹਿਲਾਂ ਲੋਕ ਭੇਦ ਦਿੰਦੇ ਹੁੰਦੇ ਸੀ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਹੋਣੀ, ਬਟ ਹਾਂ ਇਹ ਗੱਲ ਪਿਛਲੇ ਦਿਨਾਂ 'ਚ ਤਬਦੀਲੀ ਆਈ ਹੈ ਲੋਕਾਂ 'ਚ ਵੀ ਕਿ ਵੋਟ ਜਿਹਨੂੰ ਪਾਉਣੀ ਹੈ ਚੁੱਪ ਚੁਪੀਤੇ ਪਾ ਦੇਣੀ ਹੈ। ਕਈ ਵਾਰੀ ਜ਼ਰੂਰੀ ਨਹੀਂ ਹੈ ਕਿ ਰੌਲਾ ਰੱਪਾ ਪਾ ਕੇ ਪਾਉਣੀ ਹੈ। ਇਸ ਤਰ੍ਹਾਂ ਦੀ ਸਥਿਤੀ ਇਸ ਵਾਰੀ ਪੰਜਾਬ 'ਚ ਹੈਗੀ ਆ। ਲੋਕ ਪਾਰਟੀਆਂ ਨਾਲੋਂ ਵੀ ਉੱਪਰ ਉੱਠ ਕੇ ਕੁਝ ਕੈਂਡੀਡੇਟਾਂ ਨੂੰ ਵੀ ਪਰਸਨਲ ਪਸੰਦ ਆ ਲੋਕਾਂ ਦੀ ਹੈਗੀ ਹੈ। ਬੀਟ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਹਰ ਤਰ੍ਹਾਂ ਦਾ ਥੋੜਾ ਹਰ ਜਗ੍ਹਾ ਦਾ ਵੱਖਰਾ ਮਾਹੌਲ ਲੱਗ ਰਿਹਾ ਮੈਨੂੰ। ਜਦੋਂ ਜੇ ਆਪਾਂ 3.5 ਮਹੀਨੇ ਪਿੱਛੇ ਚਲੇ ਜਾਈਏ ਤੇ ਉਹਦੇ ਵਿੱਚ ਉਦੋਂ ਪਹਿਲਾਂ ਰਾਜਾ ਵੜਿੰਗ ਹੋਰੀ ਮਹਿਜ਼ MLA ਸਨ, ਚਰਚਿਤ ਤਾਂ ਸਨ, ਪਰ ਇੱਕਦਮ ਜਦੋਂ ਤੁਹਾਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਜਾਂਦਾ ਤੇ ਟਰਾਂਸਪੋਰਟ ਮਹਿਕਮੇ ਤੋਂ ਬਾਅਦ ਫਿਰ ਉਹਦਾ ਚਰਚਾ ਦੇਸ਼ ਵਿਦੇਸ਼ ਦੇ ਵਿੱਚ ਹੁੰਦਾ। ਮੰਤਰਾਲੇ ਤਾਂ ਕਈ ਵੀ ਹੋਰ ਵੀ ਆਏ, ਤਾਂ ਜਿਹੜੇ ਆਏ ਉਹ ਤਾਂ ਚੁੱਪ ਕਰਕੇ ਜਿਵੇਂ ਪਹਿਲਾਂ ਬੈਠੇ ਸੀ ਉੱਥੇ ਬੈਠੇ ਰਹੇ। ਪਰ ਰਾਜਾ ਵੜਿੰਗ ਹੋਰਾਂ ਨੇ ਇਹਦੇ ਵਿੱਚੋਂ ਕੀ ਲਰਨ ਕੀਤਾ, ਕੀ ਸਿੱਖਿਆ? ਪੰਨੂ ਸਾਹਿਬ, ਅਗਰ ਮੈਨੂੰ ਕੋਈ ਵੈਸੇ 2.5 ਮਹੀਨੇ ਵਾਸਤੇ ਕੋਈ ਅਹੁਦਾ ਦਿੰਦਾ ਤਾਂ ਸ਼ਾਇਦ ਮੈਂ ਉਹ ਨਾ ਲੈਂਦਾ, ਬਟ ਮੈਂ ਆਪਦੇ ਆਪ ਨੂੰ ਪ੍ਰੂਵ ਕਰਨ ਵਾਸਤੇ ਕਿ ਅਸੀਂ ਮਿਨਿਸਟਰ ਲੋਕ ਬਹੁਤ ਕੁਝ ਕਰ ਸਕਦੇ ਹਾਂ ਜਿਹੜਾ ਅਸੀਂ ਨਹੀਂ ਕਰਦੇ, ਔਰ ਮੈਂ 2.5 ਮਹੀਨੇ 'ਚ ਉਹੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ 15 ਸਾਲ ਨਹੀਂ ਹੋਇਆ। ਔਰ ਲੋਕਾਂ ਨੂੰ ਇਹ ਵਿਖਾਇਆ ਕਿ ਨਹੀਂ 2.5 ਮਹੀਨੇ ਹੀ ਕਾਫੀ ਹਨ ਜੇ ਕੁਝ ਤੁਹਾਡੇ 'ਚ ਕਰਨ ਦੀ ਤਮੰਨਾ ਹੈ। ਸਿੱਖਿਆ ਕਿ ਕਿਸ ਤਰ੍ਹਾਂ ਲੋਕ ਜਿਹਨੇ ਕੰਮ ਨਹੀਂ ਕਰਨਾ ਉਹ ਕਿਸ ਤਰ੍ਹਾਂ ਬਹਾਨੇ ਬਣਾਉਂਦੇ ਨੇ, ਆਫੀਸਰ ਤੁਹਾਨੂੰ ਕਿੱਦਾਂ ਉਲਝਾਉਂਦੇ ਨੇ, ਕਿੱਦਾਂ ਤੁਹਾਡੀ ਫਾਈਲ ਨੂੰ ਲਮਕਾ ਲਿਆ ਜਾਂਦਾ ਹੈ, ਕਿੱਦਾਂ ਰੋਕਿਆ ਜਾਂਦਾ ਹੈ, ਕਿੱਦਾਂ ਜਿਹੜਾ ਥੱਲੜੇ ਸਿਸਟਮ ਹੈ ਉਹ ਪੂਰੇ ਦਾ ਪੂਰਾ ਵਿਰੋਧੀਆਂ ਨਾਲ ਇਨਵੋਲਵਡ ਹੁੰਦਾ ਹੈ, ਕਿਉਂਕਿ ਉਹ ਪੈਸੇ ਦਾ ਬੜਾ ਵੱਡਾ ਥੱਲੇ ਨੈਟਵਰਕ ਤੇ ਤੁਹਾਡਾ ਜਾਲ ਹੈ। ਮੈਨੂੰ ਨਹੀਂ ਲੱਗਦਾ ਸੀ ਟਰਾਂਸਪੋਰਟ ਐਸਾ ਕੋਈ ਮਾਫੀਆ ਹੈ, ਬਟ ਟੂ ਬੀ ਵੈਰੀ ਓਨੈਸਟ ਇਟਸ ਅ ਬਿਗੇਸਟ ਮਾਫੀਆ। ਤੁਸੀਂ ਇੱਕ ਬੰਦਾ, ਇੱਕ ਬੱਸ ਆਪਰੇਟਰ ਜੇ 4 ਬੱਸਾਂ ਚਲਾਉਂਦਾ ਤੇ ਕਦੀ ਜਾਲੀ ਚਲਾਉਂਦਾ ਉਹਦੇ ਚੋਂ, ਤੇ ਬੜਾ ਹੀ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਨੁਕਸਾਨ, ਪੰਜਾਬ ਦਾ ਵਿੱਤੀ ਸੰਕਟ ਹੋਇਆ। ਮੈਨੂੰ ਲੱਗਦਾ ਕਿ ਅਗਰ ਬੱਸਾਂ ਦਾ ਮਹਿਕਮਾ ਹੀ ਚੰਗੇ ਤਰੀਕੇ ਨਾਲ ਚਲਾ ਲਿਆ ਜਾਂਦਾ ਤੇ ਪੰਜਾਬ ਦਾ ਖਜ਼ਾਨਾ ਭਰਿਆ ਜਾ ਸਕਦਾ ਸੀ। ਲੇਕਿਨ ਔਕੜਾਂ ਬਹੁਤ ਆਉਂਦੀਆਂ ਕਿਉਂਕਿ ਥੱਲੇ ਜਿਹੜਾ ਟੋਟਲ ਅਮਲੀ ਜਿਹੜਾ ਸਿਸਟਮ ਹੈ ਪੂਰੇ ਦਾ ਪੂਰਾ ਲੋਕਾਂ ਦਾ, ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਇਨਵੋਲਵਡ ਹੈ। ਮੈਂ ਇੱਕ ਚਿੱਠੀ ਵੀ ਅਗਰ ਕੱਢ ਦਿੰਦਾ ਸੀ ਤਾਂ ਨਾਲ ਦੀ ਨਾਲ ਵਿਰੋਧੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਅੱਜ ਰਾਜਾ ਵੜਿੰਗ ਆ ਕਰਨ ਵਾਲਾ ਹੈ। ਸੋ ਉਹਨੂੰ ਮੈਂ ਰੋਕ ਤਾਂ ਨਹੀਂ ਸਕਿਆ ਕਿਉਂਕਿ ਐਡੀ ਛੇਤੀ ਮੇਰੇ ਕੋਲ ਕੋਈ ਐਸਾ ਸਿਸਟਮ ਬਣਾ ਨਹੀਂ ਪਾਇਆ, ਲੇਕਿਨ ਉਹਨੂੰ ਇੰਪਲੀਮੈਂਟ ਕਰਾਉਣ ਦੇ ਵਿੱਚ ਜ਼ੋਰ ਲਾ ਕੇ ਅਸੀਂ ਇੰਪਲੀਮੈਂਟ ਕੀਤਾ। ਪੂਰੇ ਦਾ ਪੂਰਾ ਨੀਚੇ ਜਿਹੜਾ ਸਿਸਟਮ ਹੈ ਕਰਪਟ ਹੈ, ਮਾੜਾ ਹੈ। 100 ਚੋਂ ਇੱਕ ਦਾ ਕੋਈ ਟਾਵਾਂ ਟੱਲਾ ਤੁਹਾਨੂੰ ਆਫੀਸਰ ਐਸਾ ਮਿਲਦਾ ਜਿਹੜਾ ਤੁਹਾਨੂੰ ਗਾਈਡ ਸਹੀ ਕਰਦਾ, ਅਦਰਵਾਈਜ਼ ਨਹੀਂ। ਵੜਿੰਗ ਸਾਹਿਬ, ਮੈਂ ਇੱਕ ਚੀਜ਼ ਨੋਟ ਕਰ ਰਿਹਾ ਸੀ ਇਸ ਪੂਰੇ ਮਾਲਵੇ ਖੇਤਰ ਦੇ ਵਿੱਚ ਵਿਚਰਦਿਆਂ ਹੋਇਆ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀਆਂ ਬੱਸਾਂ ਦੇ ਉੱਤੇ ਅੱਜ ਕੱਲ੍ਹ ਉਹ ਸਾਈਨ ਲਾਏ ਹੋਏ ਆ। ਕਈ ਇਹੋ ਜਿਹੀਆਂ ਛੋਟੀਆਂ ਕੰਪਨੀਆਂ ਮੈਂ ਕਦੀ ਸੋਚਿਆ ਨਹੀਂ ਸੀ ਵੀ ਇਹ ਵੀ ਉਹਨਾਂ ਦੀਆਂ ਨੇ। ਕਿੰਨੀਆਂ ਕੁ ਬੱਸਾਂ ਨੇ ਇਹਨਾਂ ਦੀਆਂ ਵੈਸੇ? ਇਹ ਨਵੀਂ ਚੀਜ਼ ਮੇਰੇ ਵਾਸਤੇ ਵੀ ਜਿਹਦੇ ਪਿੱਛੇ ਲੱਗਿਆ ਸਾਈਨ ਉਹਨਾਂ ਦੀ ਹੋਈ ਹੈ ਕੰਪਨੀ?
ਪੰਨੂ ਸਾਹਿਬ ਐਸੀਆਂ ਕੰਪਨੀਆਂ ਵੀ ਹੈ ਜਿਹੜੀਆਂ ਲੋਕਾਂ ਦੇ ਸਵਾਗਤਮ ਇੱਕ ਕੰਪਨੀ ਹੈ, ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਸਵਾਗਤਮ ਇੱਕ ਕੰਪਨੀ ਹੈ। ਜ਼ਿੰਗ ਕੰਪਨੀ ਹੈ, ਇੱਕ ਜ਼ਿੰਗ, ਉਹ ਵੀ ਉਹਨਾਂ ਦੀ ਹੈ। ਰਾਜਧਾਨੀ ਕੰਪਨੀ ਹੈ, ਪੀਪਲ ਡੋਂਟ ਨੋ ਅਬਾਊਟ ਰਾਜਧਾਨੀ, ਇਹ ਕੰਪਨੀ ਵੀ ਉਹਨਾਂ ਦੀ ਹੈ। ਤਾਜ, ਆਰਬਿਟ, ਇਹਦੇ ਬਾਰੇ ਤਾਂ ਡੱਬਲ ਹੀ ਟਰਾਂਸਪੋਰਟ, ਇਹ ਤਾਂ ਉਹਨਾਂ ਲੋਕਾਂ ਨੂੰ ਪਤਾ ਹੀ ਪਤਾ ਸੀ। ਮਾਲਵਾ ਹੈ, ਇਹ ਅਲੱਗ-ਅਲੱਗ ਤਰ੍ਹਾਂ ਦੀ ਹੈ। ਜਦੋਂ ਲੋਕ ਆਰਬਿਟ ਦਾ ਨਾਮ ਲੈਣ ਲੱਗ ਗਏ, ਫਿਰ ਬਾਦਲ ਵਾਲੇ ਨੇ ਇੱਕ ਬੜੀ ਵੱਡੀ ਗੇਮ ਖੇਡੀ ਕਿ ਹੁਣ ਜਿਹੜੀਆਂ ਕੰਪਨੀਆਂ ਉਹ ਇੱਕ ਨਾਮ ਤੇ ਨਹੀਂ ਰੱਖਣੀਆਂ, ਅੱਡ-ਅੱਡ ਰੰਗਾਂ ਦੀਆਂ ਬੱਸਾਂ ਰੱਖਣੀਆਂ, ਅੱਡ-ਅੱਡ ਨਾਵਾਂ ਤੇ ਰੱਖਣੀਆਂ, ਤਾਂ ਜੋ ਕਿਸੇ ਨੂੰ ਇਹ ਪਤਾ ਨਾ ਲੱਗ ਸਕੇ ਇਹ ਬਾਦਲ ਦੀਆਂ ਬੱਸਾਂ, ਇੰਡੋ ਕੈਨੇਡੀਅਨ ਵੀ ਇਹਨਾਂ ਦੀਆਂ। ਸੋ ਡਿਫਰੈਂਟ ਨਾਮ ਤੇ ਡਿਫਰੈਂਟ ਕੰਪਨੀਆਂ, ਮੇਰਾ ਖਿਆਲ ਹੋਣੀ ਹੈ ਇਹਨਾਂ ਕੋਲ ਕੋਈ 1000 ਬੱਸ ਤੇ ਲਗਭਗ ਜਿਹੜੀਆਂ ਸਿੱਧੀਆਂ ਤੇ ਅਸਿੱਧੇ ਤੌਰ ਤੇ ਇਹਨਾਂ ਲੋਕਾਂ ਨਾਲ ਐਸੋਸੀਏਟਡ ਨੇ। ਔਰ ਬੇਸ਼ੁਮਾਰ ਪੈਸਾ ਇਹਨਾਂ ਨੇ ਇਹਦੇ 'ਚ ਪੈਸੇ ਵੀ ਕਮਾਈ ਕੀਤੀ, ਤੇ ਜਿਹੜਾ ਪੂਰਾ ਪੰਜਾਬ ਦਾ ਪੈਸਾ ਲੁੱਟਿਆ ਹੋਇਆ ਸੀਗਾ, ਜਿਹੜਾ ਬਲੈਕ ਮਨੀ ਸੀਗਾ, ਜਿਹੜਾ ਲੋਕਾਂ ਤੋਂ ਇਧਰੋਂ ਸਿੱਧੇ ਢੰਗ ਨਾਲ ਇਹਨਾਂ ਨੇ ਕਮਾਇਆ ਸੀ, ਉਹਨੂੰ ਵਾਈਟ ਕਰਨ ਦਾ ਵੀ ਇਹ ਕੰਮ ਕੀਤਾ ਬੜੀ ਸਮਝਦਾਰੀ ਨਾਲ। ਇਹਨੇ ਜਿਹੜਾ ਹੋਟਲ ਬਿਜ਼ਨਸ, ਇਹ ਬਿਜ਼ਨਸ ਜਿਹਦੇ ਵਿੱਚ ਸਿੱਧਾ ਹਸਪਿਟੈਲਿਟੀ ਵਾਲਾ ਕੰਮ ਹੈ, ਉੱਥੋਂ ਜਿਹੜਾ ਪੈਸਾ ਆਉਂਦਾ ਸੀ ਫਿਰ ਉਹਨੂੰ ਵਾਈਟ ਕਰਦੇ ਸੀ ਇਹ ਲੋਕ। ਸੋ ਕਮਾਈ ਵੀ ਕਰਦੇ ਸੀ, ਨਾਲ ਇਹ ਧੰਦਾ ਵੀ ਕਰਦੇ ਸੀ। ਬੜਾ ਮਤਲਬ ਕਿ ਸੋਹਣੇ ਢੰਗ ਨਾਲ, ਮੈਂ ਕਹਾਂ ਤਰੀਕੇ ਦੇ ਨਾਲ ਇਹਨਾਂ ਬੰਦਿਆਂ ਨੇ ਪੰਜਾਬ ਨੂੰ ਲੁੱਟਿਆ। ਐ ਤਰੀਕੇ ਨਾਲ, ਇੱਕ ਤਾਂ ਹੁੰਦਾ ਸਿੱਧਾ ਲੁੱਟ ਕੇ ਬੰਦਾ ਰੌਲਾ ਪਾ, ਪਰ ਪਤਾ ਵੀ ਨਹੀਂ ਲੱਗਣ ਦਿੱਤਾ। ਕੁਝ ਚੰਦ ਲੋਕਾਂ ਨੂੰ ਵੀ ਪਤਾ ਲੱਗਿਆ, ਅੱਜ ਤੱਕ ਨਹੀਂ ਕਿਸੇ ਨੂੰ ਪਤਾ, ਉਹਨਾਂ ਨੂੰ ਡਬਲ ਹੀ ਟਰਾਂਸਪੋਰਟ ਦਾ ਹੀ ਪਤਾ ਕਿ ਕਿਸੇ ਨੂੰ ਨਹੀਂ, ਜਨਤਾ ਨੂੰ ਬੈਠਾ ਅਮਰੀਕਾ, ਕੈਨੇਡਾ ਚ, ਵਿਦੇਸ਼ਾਂ ਚ ਬੈਠੇ ਜੀ, ਠੀਕ ਹੈ ਤੁਸੀਂ ਹੁਣ ਹਰੇਕ ਬੱਸ ਦੇ ਮਗਰ ਜਿਹੜਾ ਬੋਰਡ ਨਜ਼ਰ ਆ ਰਿਹਾ ਹੈ, that bus belongs to ਸੁਖਬੀਰ ਦਾ, ਕਿਤੇ ਨਾ ਕਿਤੇ ਉਹਦੇ ਚ ਸ਼ੇਅਰ ਹੈਗਾ, ਬੋਲਦਾ ਹੈ, ਜਿਹੜਾ ਲੋਕਾਂ ਨੂੰ ਪਤਾ ਨਹੀਂ। ਵੜਿੰਗ ਸਾਹਿਬ, ਤੁਸੀਂ ਜਿਹੜੇ ਉਹ ਪਰਮਿਟ ਵੀ ਰੱਦ ਕੀਤੇ, ਫਿਰ ਉਹ ਹਾਈ ਕੋਰਟ ਤੋਂ ਉਹਨਾਂ ਨੂੰ ਮਿਲ ਗਈ, ਰਿਲੈਕਸੇਸ਼ਨ ਮਿਲ ਗਈ, ਚਲੋ ਉਹ ਆਈ ਥਿੰਕ ਉਹ ਗੱਲ ਤੁਹਾਡੀ ਠੀਕ ਹੈ ਕਿ ਟੈਕਸ ਤਾਂ ਭਰਨੇ ਪੈ ਗਏ। ਜਿਹੜੀ ਇੱਕ ਚੀਜ਼ ਹੁਣ ਚੱਲ ਰਹੀ ਹੈ ਕਿ ਜਿਹੜੇ ਸੀਗੇ ਰੂਟ ਬਣੇ ਹੋਏ, ਉਹ ਵੀ ਫਿਰ ਉਸੇ ਪਹਿਲੀ ਵਾਲੀ ਜਗ੍ਹਾ ਦੇ ਉੱਤੇ ਹੀ ਆ ਗਏ ਆ। ਕੀ ਤੁਹਾਨੂੰ ਲੱਗਦਾ ਹੈ ਕਿ ਸਮਾਂ ਥੋੜਾ ਸੀ, ਪੱਕੇ ਪੈਰੀਂ ਹੱਥ ਨਹੀਂ ਪੈ ਸਕਿਆ? ਕੀ ਨਹੀਂ, ਉਹਦੇ 'ਚ ਇਹ ਸੀਗਾ ਪੰਨੂ ਸਾਹਿਬ, ਜਿਹੜੇ ਟਾਈਮ ਟੇਬਲ ਦੀ ਗੱਲ ਹੈ, ਟਾਈਮ ਟੇਬਲ ਅਸੀਂ ਬਣਾ ਦਿੱਤਾ ਗਿਆ ਸੀਗਾ। ਉਹਦੇ 'ਚ ਇੱਕ ਸ਼ਰਤ ਹੈਗੀ ਆ ਕਿ ਕੋਈ ਵੀ ਡਿਫਾਲਟ ਕੰਪਨੀ ਜਿਹਨੇ ਪੈਸੇ ਦੇਣੇ ਹੈ, ਉਹਨੂੰ ਟਾਈਮ ਟੇਬਲ 'ਚ ਐਡ ਨਾ ਕੀਤਾ ਜਾਵੇ। ਠੀਕ। ਪੀਆਰਟੀਸੀ ਨੂੰ ਅਸੀਂ ਨਵੇਂ ਟਾਈਮ ਟੇਬਲ ਬਣਾਤੇ, ਲੇਕਿਨ ਪੀਆਰਟੀਸੀ ਨੇ ਕੁਝ ਪੈਸਾ ਸਰਕਾਰ ਨੂੰ ਦੇਣਾ ਸੀਗਾ, ਲੇਕਿਨ ਸਰਕਾਰ ਤੋਂ ਅਸੀਂ ਕਰੋੜਾਂ ਰੁਪਇਆ ਲੈਣਾ ਵੀ ਹੈਗਾ। ਰਿੰਬਰਸਮੈਂਟ ਜਿਹੜੀ ਅਸੀਂ ਫ੍ਰੀ ਟਰੈਵਲ ਦਿੰਨੇ ਆ ਬੱਸਾਂ ਦਾ, ਉਹ ਅਸੀਂ ਆਫੀਸਰ ਸਾਹਿਬਾਨਾਂ ਨੂੰ ਚਿੱਠੀ ਲਿਖ ਦਿੱਤੀ ਸੀ ਫਾਈਨਾਂਸ ਡਿਪਾਰਟਮੈਂਟ ਨੂੰ। ਫਿਰ ਮੈਂ ਉੱਥੇ ਗੱਲ ਆਉਂਦੀ ਹੈ, ਫਾਈਨਾਂਸ ਡਿਪਾਰਟਮੈਂਟ ਨੂੰ ਇੱਕ ਚਿੱਠੀ ਲਿਖੀ, ਦੈਟ ਕਾਪੀ ਇਜ਼ ਵਿਦ ਮੀ, ਮੈਂ ਤੁਹਾਨੂੰ ਉਹ ਦੇ ਦਿਆਂਗਾ, WhatsApp ਕਰ ਦਿਆਂਗਾ, ਕਿ ਤੁਸੀਂ ਇਹ ਸਾਡੇ ਨਾਲ ਬੁੱਕ ਟਰਾਂਸਪੋਰਟ ਜਿਹੜਾ ਤੁਸੀਂ ਕਰਨਾ, ਤੁਹਾਡੇ ਤੁਸੀਂ ਪੈਸੇ ਦੇਣੇ ਆ ਸਾਡੇ, ਤੇ ਇਹ ਪੈਸੇ ਤੁਸੀਂ ਐਡਜਸਟਮੈਂਟ ਕਰ ਲਈ। ਨੈਚੁਰਲੀ ਗਵਰਨਮੈਂਟ ਟੂ ਗਵਰਨਮੈਂਟ ਹੈ, ਕੋਈ ਪ੍ਰਾਈਵੇਟ ਤਾਂ ਵਿੱਚ ਹੈ ਨਹੀਂਗਾ। ਸੋ ਅਸੀਂ ਫਾਈਨਾਂਸ ਮਿਨਿਸਟਰ ਨੂੰ ਚਿੱਠੀ ਉੱਥੇ ਡਿਪਾਰਟਮੈਂਟ ਨੂੰ ਲਿਖ ਕੇ ਅਸੀਂ ਆਪਦੇ ਟਾਈਮ ਟੇਬਲ ਚਲਾਤੇ, ਸੋ ਦੈਟ ਅਸੀਂ ਇਹ ਕਹਿ ਸਕੀਏ ਵੀ ਅਸੀਂ ਇਹ ਤਾਂ ਗਵਰਨਮੈਂਟ ਟੂ ਗਵਰਨਮੈਂਟ ਹੈ, ਤੇ ਗਵਰਨਮੈਂਟ ਇਹਦੀ ਐਡਜਸਟਮੈਂਟ ਫਾਈਨਾਂਸ ਮਿਨਿਸਟਰੀ ਕਹਦੇ ਕਿ ਠੀਕ ਹੈ ਅਸੀਂ ਬੁੱਕ ਟ੍ਰਾਂਸਫਰ ਕਰ ਲਿਆ ਹੈ, ਪੈਸੇ ਅਸੀਂ ਲੈਣੇ ਵੀ ਹੈ ਤੇ ਪੈਸੇ ਅਸੀਂ ਦੇਣੇ ਵੀ ਹੈ। ਹੋਇਆ ਕਿ ਜਦ ਕੋਡ ਲੱਗ ਗਿਆ, ਤੇ ਮੈਂ ਤੁਹਾਨੂੰ ਫਿਰ ਉਹੀ ਗੱਲ ਕਿ ਥੱਲੇ ਜਿਹੜੀ ਲੌਬੀ ਰਲੀ ਵੀ ਹੈ, ਜਿਹੜੇ ਲੋਕ ਸੱਤਾ ਸਰਕਾਰ ਦੇ ਵਿੱਚ ਹਾਵੀ ਨੇ ਤੇ ਜਿਹੜੇ ਵਿਰੋਧੀਆਂ ਨਾਲ ਮਿਲੇ ਹੋਏ ਨੇ, ਆਪਦਿਆਂ ਨਾਲ ਮਿਲੇ ਹੋਏ ਨੇ, ਉਹ ਇੱਕ ਚਿੱਠੀ ਸਾਨੂੰ ਦੁਬਾਰੇ ਵਾਪਸ ਕਰਤੀ ਕਿ ਨਹੀਂ ਤੁਸੀਂ ਪਹਿਲਾਂ ਆਪਦਾ ਪੈਸਾ ਭਰੋ, ਫਿਰ ਅਸੀਂ ਤੁਹਾਨੂੰ ਦੇਵਾਂਗੇ। ਉਹ ਜਿਹੜੀ ਚਿੱਠੀ ਨੂੰ ਲੈ ਕੇ ਉਹ ਹਾਈ ਕੋਰਟ ਚਲੇ ਗਏ ਦੂਸਰੇ ਵਿਰੋਧੀ ਧਿਰ ਵਾਲੇ। ਉਹ ਇਹ ਗੱਲ ਕਹਿੰਦੇ ਆ ਕਿ ਭਾਈ ਇਹਨਾਂ ਨੇ ਪੈਸੇ ਨਹੀਂ ਭਰੇ ਤੇ ਟਾਈਮ ਟੇਬਲ 'ਚ ਇਹਨਾਂ ਨੂੰ ਇਨਵੋਲਵ ਨਾ ਕਰੋ, ਪੁਰਾਣਾ ਟਾਈਮ ਟੇਬਲ ਚੱਲੇ, ਕਿਉਂਕਿ ਉਹਨਾਂ ਦੇ ਢਿੱਡ 'ਚ ਬੜੀ ਤਕਲੀਫ ਹੈ। ਡੇਲੀ ਦੀ ਸਾਨੂੰ ਡੇਲੀ ਜਿਹੜੀ ਸੀਗੀ ਬਠਿੰਡਾ ਡਿਪੂ 'ਚ 5 ਲੱਖ ਰੁਪਏ ਇਨਕਰੀਜ਼ ਹੋ ਗਿਆ ਟਾਈਮ ਟੇਬਲ ਨਾਲ, ਇਵੇਂ ਇਨਕਰੀਜ਼ ਹੋਇਆ। ਉਹ ਚਿੱਠੀ ਦੇ ਕਰਕੇ ਉਹਨਾਂ ਨੇ ਕੰਟੈਂਪਟ ਪਾਈ ਹੈ ਕਿ ਇਹ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਹਾਲਾਂਕਿ ਉਹ ਕੱਲ ਹੀ ਮੇਰੀ ਚੀਫ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਸੀ ਕਿ ਤੁਸੀਂ ਆਪਦੇ ਫਾਈਨਾਂਸ ਮਿਨਿਸਟਰ ਸਾਹਿਬ ਨੂੰ ਤੇ ਥੱਲੇ ਉਹ ਜਿਹੜੇ ਫਾਈਨਾਂਸ ਸੈਕਟਰੀ ਹੈ ਉਹਨਾਂ ਨੂੰ ਇਹ ਗੱਲ ਕਹੋ ਕਿ ਕਾਇਦੇ ਕਾਨੂੰਨ 'ਚ ਅਸੀਂ ਪੈਸੇ ਲੈਣੇ ਆ, ਸਰਕਾਰ ਤੋਂ ਪੈਸੇ ਲੈਣੇ ਆ ਤੇ ਸਰਕਾਰ ਦੇ ਦੇਣੇ, ਉਹਨੂੰ ਬੁੱਕ ਟ੍ਰਾਂਸਫਰ ਕਰੋ ਤੇ ਸਾਡੇ ਟਾਈਮ ਟੇਬਲ। ਪਰ ਤੁਹਾਨੂੰ ਮੈਂ ਆਖਿਆ ਕਿ ਉਹਨਾਂ ਦਾ ਜਲਵਾ ਵੀ ਵੱਡਾ ਹੈ ਪੁਰਾਣੇ ਲੋਕਾਂ ਦਾ, ਇਹ ਹੌਲੀ ਹੌਲੀ ਲਏਗਾ। ਸੋ ਉਹਨੂੰ ਠੀਕ ਕਰਾ ਰਹੇ, ਨਵੇਂ ਟਾਈਮ ਟੇਬਲ ਹੀ ਚੱਲਣਗੇ। ਉਹ ਜਿੱਦੇ ਬੁੱਕ ਟ੍ਰਾਂਸਫਰ ਹੋ ਗਿਆ ਦੈਨ ਵੀ ਕੈਨ ਮੇਕ ਦਾ ਨਵਾਂ ਟਾਈਮ ਟੇਬਲ। ਉਹ ਉਹਨਾਂ ਨੇ ਸ਼ਰਾਰਤ ਕੀਤੀ ਹੈ ਕੋਰਟ ਦੇ ਵਿੱਚ, ਇਹ ਸਾਰੀ ਦੀ ਸਾਰੀ। ਜਦੋਂ ਅਸੀਂ ਹਲਕੇ ਘੁੰਮੇ ਆ ਲੋਕਾਂ ਨਾਲ, ਕੁਝ ਲੋਕਾਂ ਨਾਲ ਗੱਲ ਵੀ ਕੀਤੀ ਹੈ, ਉਹ ਇਹ ਕਹਿ ਰਹੇ ਆ ਜਿਹੜਾ ਤੁਸੀਂ ਜ਼ਿਕਰ ਬਾਰ-ਬਾਰ ਕਰਦੇ ਹੋ ਫਾਈਨੈਂਸ ਮਿਨਿਸਟਰ, ਵੀ ਕਿਤੇ ਨਾ ਕਿਤੇ ਤਾਂ ਉਹ ਵੀ ਤੁਹਾਨੂੰ ਹਰਾਉਣ ਦੇ ਯਤਨ ਕਰ ਰਹੇ ਆ। ਚਲੋ ਜੀ, ਇਹਦੇ ਬਾਰੇ ਮੈਂ ਪੰਨੂ ਸਾਹਿਬ ਟਿੱਪਣੀ ਨਾ ਕਰਾਂ ਤਾਂ ਚੰਗੀ ਹੈ।
ਅਕਸਰ ਹੀ ਵੱਡੇ ਲੋਕ ਛੋਟੇ ਲੋਕਾਂ ਦੇ ਵਿਰੋਧ 'ਚ ਖੜੇ ਹੋ ਜਾਇਆ ਕਰਦੇ ਹੈ। ਆਮ ਲੋਕਾਂ ਨੂੰ, ਮੈਂ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਨੂੰ ਨਹੀਂ ਕੁਝ ਕਹਿ ਰਿਹਾ, ਬਟ ਇਹ ਗੱਲ ਹੈਗੀ ਹੈ ਜਦੋਂ ਆਮ ਵਿਅਕਤੀ ਕੋਈ ਉੱਤੇ ਉੱਠਦਾ ਨਜ਼ਰ ਆਉਂਦਾ ਨਾ, ਫਿਰ ਵੱਡਿਆਂ ਦੇ ਢਿੱਡ 'ਚ ਪੀੜ ਹੁੰਦੀ ਹੈ ਤੇ ਫਿਰ ਉਹ ਇਕੱਠੇ ਹੋ ਜਾਇਆ ਕਰਦੇ। ਕੈਪਟਨ ਸਾਹਿਬ ਕਹਿੰਦੇ ਕਿ ਮਨਪ੍ਰੀਤ ਸਿੰਘ ਬਾਦਲ ਹੋਰੀ ਮੈਨੂੰ ਤਾਂ ਇਹ ਕਹਿੰਦੇ ਰਹੇ ਵੀ ਖਜ਼ਾਨਾ ਖਾਲੀ ਆ, ਹੁਣ ਕਹਿੰਦੇ ਖਜ਼ਾਨੇ ਦੇ ਮੂੰਹ ਖੋਲ ਦਿੱਤੇ ਆ। ਕੀ ਖਜ਼ਾਨਾ ਪਹਿਲਾਂ ਖਾਲੀ ਸੀ ਹੁਣ ਭਰਿਆ ਹੈ? ਹੁਣ ਤਾਂ ਤੁਸੀਂ ਮਿਨਿਸਟਰੀ 'ਚ ਵੀ ਰਹੇ ਹੋ। ਦੇਖੋ ਪੰਨੂ ਸਾਹਿਬ, ਖਜ਼ਾਨੇ ਕਦੇ ਖਾਲੀ ਹੋਣ ਜਾਂ ਭਰੇ ਹੋਣ, ਹੁਣ ਮਿਨਿਸਟਰ ਦਾ ਮੇਰਾ ਕੰਮ ਹੈ ਕਿ ਟਰਾਂਸਪੋਰਟ ਕਿਵੇਂ ਚਲਾਉਣੀ ਹੈ। ਹਰ ਵਿਅਕਤੀ ਦੀ ਨੇ ਆਪਦੇ ਤਰੀਕੇ ਨਾਲ, ਖਜ਼ਾਨਾ ਖਾਲੀ ਹੋਵੇ ਤਦ ਵੀ ਤਾਂ ਪੰਜਾਬ ਚਲਾਉਣਾ ਹੈ, ਭਰਿਆ ਹੋਵੇ ਤਦ ਵੀ ਚਲਾਉਣਾ ਹੈ। ਇਹ ਤਾਂ ਤੁਸੀਂ ਆਪਦੀ ਸੂਝ-ਬੂਝ ਦੇ ਨਾਲ ਮਹਿਕਮੇ ਨੂੰ ਖਜ਼ਾਨਾ ਭਰਿਆ ਜਾ ਸਕਦਾ ਹੈ, ਰੈਵਨਿਊ ਜਨਰੇਟ ਕੀਤਾ ਜਾ ਸਕਦਾ ਹੈ। ਐਂਡ ਮੈਨੂੰ ਲੱਗਦਾ ਕੈਪਟਨ ਸਾਹਿਬ ਦਾ ਇਹ ਇਲਜ਼ਾਮ ਲਾਉਣਾ ਵੀ ਠੀਕ ਨਹੀਂ ਹੈ, ਕਿਉਂਕਿ ਹੀ ਵਾਸ ਅ ਚੀਫ ਮਿਨਿਸਟਰ। ਕਿ ਮੁੱਖ ਮੰਤਰੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਮੁਖੀ ਹੈ, ਵੀ ਖਜ਼ਾਨਾ ਖਾਲੀ ਹੈ ਕਿ ਭਰਿਆ ਹੈ। ਅਗਰ ਕੋਈ ਕਹਿ ਰਿਹਾ ਹੈ ਖਜ਼ਾਨਾ ਭਰਿਆ ਤੇ ਖਾਲੀ ਕਹਿ ਰਿਹਾ ਹੈ, ਤੇ ਫਿਰ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਕੀ ਕਰ ਰਹੇ ਹੋ? ਤੁਹਾਡੀ ਕੀ ਅਥਾਰਟੀ ਹੈ? ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਖਜ਼ਾਨਾ ਭਰਿਆ ਕਿ ਨਹੀਂ ਭਰਿਆ। ਮੁੱਖ ਮੰਤਰੀ ਨੂੰ ਇੱਕ ਇੱਕ ਡਿਪਾਰਟਮੈਂਟ ਦੀ ਨੌਲੇਜ ਹੋਣੀ ਚਾਹੀਦੀ ਹੈ। ਅੱਜ ਉਹੀ ਗੱਲ ਕਹਿ ਦੇਣੀ ਕਿ ਕਈ ਮਿਨਿਸਟਰ ਇਨਵੋਲਵਡ ਨੇ ਰੇਤੇ 'ਚ ਫਲਾਂ, ਫਿਰ ਭਾਈ ਤੁਸੀਂ ਕੀ ਕਰਦੇ ਸੀ? ਅਗਰ ਇਨਵੋਲਵਡ ਸੀਗੇ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ? ਇਹ ਤਾਂ ਐਵੇਂ ਹੁਣ ਭੰਡਣ ਦੀ ਗੱਲ ਹੈ ਕਿ ਮੈਂ ਇਹਨਾਂ ਦਾ ਭੰਡੀ ਪ੍ਰਚਾਰ ਕਰਾਂ। ਤੁਹਾਨੂੰ ਕਾਰਵਾਈ ਕਰਨੀ ਚਾਹੀਦੀ ਸੀ। ਜੇ ਗੁਨੇਗਾਰ ਨੂੰ ਤੁਸੀਂ ਛੁਪਾਉਂਦੇ ਹੋ ਤਾਂ ਗੁਨੇਗਾਰ ਤੁਸੀਂ ਵੀ ਹੋ, ਉਹ ਵੀ ਉਸ ਸੰਵਿਧਾਨਿਕ ਕੁਰਸੀ ਤੇ ਬੈਠ ਕੇ। ਵੜਿੰਗ ਸਾਹਿਬ, ਤੁਹਾਡੇ ਖਿਲਾਫ ਜਿਹੜੇ ਇਸ ਵੇਲੇ ਜੋ ਕੁਝ ਚੱਲ ਰਿਹਾ ਕਿ ਮੈਂ ਇਹਨੂੰ ਆਹ ਕਰ ਦੂੰ, ਮੈਂ ਆਹ ਕਰ ਦੂੰ, ਬਹੁਤ ਹੇਠਲੇ ਪੱਧਰ ਦੀ ਜਿਹੜੀ ਉਹ ਭਾਸ਼ਾ ਵਰਤੀ ਜਾ ਰਹੀ ਹੈ ਪੰਜਾਬ ਦੇ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਬਹੁਤ ਗੰਭੀਰ ਨੇ ਇਸ ਵੇਲੇ। ਤੁਸੀਂ ਵੀ ਜਾਣਦੇ ਹੋ, ਸਾਡਾ ਪਾਣੀ ਗਿਆ ਲਗਭਗ, ਸਾਡੀ ਯੂਥ ਗਿਆ, ਜਵਾਨੀ ਜਿਹੜੀ ਉਹ ਗਈ, ਸਾਡੇ ਚਿੱਟੇ ਵਾਲੇ ਮਾਮਲੇ ਉੱਥੇ ਹੀ ਖੜੇ ਨੇ, ਬੇਅਦਬੀ ਘਟਨਾਵਾਂ ਨੇ, ਬਹੁਤ ਸਾਰੇ ਇਸ਼ੂਜ਼ ਨੇ। ਇੱਕ ਇਹੋ ਜਿਹੀ ਭਾਸ਼ਾ ਜਿਹੜੀ ਸਿਆਸਤ ਦੇ ਵਿੱਚ ਆ ਗਈ ਕਿ ਜੇ ਰਾਜਾ ਵੜਿੰਗ ਹੋਰਾਂ ਨੇ ਕੁਝ ਕੀਤਾ, ਤੁਸੀਂ ਇਹ ਵੀ ਕਹਿ ਸਕਦੇ ਹੋ ਜਦੋਂ ਅਸੀਂ ਆਵਾਂਗੇ ਅਸੀਂ ਉਹਦੀ ਇਨਕੁਆਇਰੀ ਕਰਾਵਾਂਗੇ। ਉਹ ਇਨਕੁਆਇਰੀ ਕਰਾਉਣ ਦੀ ਤਾਂ ਗੱਲ ਨਹੀਂ ਕਰਦੇ, ਉਹ ਤਾਂ ਸੰਤਰੀ ਲਾਉਣ ਦੀ ਗੱਲ ਜਿਹੜੀ ਉਹ ਕਰਦੇ ਨੇ। ਇਹ ਜਿਹੜੀ ਸਿਆਸਤ ਹੈ ਇਸ ਕਿਸਮ ਦੀ, ਇਹ ਕਿੱਧਰ ਨੂੰ ਲੈ ਜਾਊਗੀ ਪੰਜਾਬ? ਬਹੁਤ ਗਿਰਾਵਟ ਆ ਗਈ ਪੰਨੂ ਸਾਹਿਬ। ਕੱਲ ਵੀ ਇੱਥੇ ਸੁਖਬੀਰ ਸਿੰਘ ਬਾਦਲ ਜੀ ਆਏ ਸੀ ਤੇ ਉਹਨਾਂ ਨੇ ਕਿਹਾ, ਨਾਲ ਨੇ ਡਿਮਾਂਡ ਕੀਤੀ ਕਿ ਇੱਕ ਐਸਐਸਪੀ ਸਾਡਾ ਲਾ ਦਿਓ। ਜੋ ਕਿਸੇ ਵੀ ਐਸਐਸਪੀ ਨਹੀਂ, ਇਹਨੂੰ ਹੀ ਐਸਐਸਪੀ ਲਾ ਦੇਣਾ। ਉਹਦੇ ਭਰਾ ਨੂੰ ਕਹਿੰਦੇ ਕਿ ਇਹ ਐਸਐਸਪੀ ਹੋਏਗਾ। ਔਰ ਬੇਤੁਕੀਆਂ ਜੀਆਂ ਗੱਲਾਂ। ਕੱਲ ਇੱਕ ਐਮਸੀ ਸਾਹਿਬਾਨ ਨੂੰ ਰਲਾਉਣਾ ਸੀ, ਇੱਕ ਸਰਪੰਚ ਸਾਹਿਬ ਜਿਹੜੇ ਕਿ ਉਹਨਾਂ ਦੇ ਪਿੱਛੇ ਵੀ ਕਹਾਣੀ ਹੈ, ਕੌਣ ਸੀ ਉਹ ਤੇ ਕਿਹਦੇ ਨਾਲ ਜੁੜੇ ਸੀ, ਕਿਉਂ ਰਲੇ ਹੈ। ਤੇ ਇੱਕ ਸਰਪੰਚ ਨੂੰ ਰਲਾਉਣ ਵਾਸਤੇ ਆਏ, ਥੋੜੇ ਜਿਹੇ ਬੰਦੇ ਸੀ, 100-150, ਤੇ 4-5 ਘੰਟੇ ਗਿੱਦੜਬਾਹ ਚ ਲਾ ਕੇ ਗਏ। ਮੈਂ ਤਾਂ ਲੋਕਾਂ ਨੂੰ ਕਿਹਾ ਕਿ ਜਾਂ ਤਾਂ ਸੁਖਬੀਰ ਸਿੰਘ ਬਾਦਲ ਡਰ ਰਿਹਾ ਹੈ ਤੇ ਜਾਂ ਸੁਖਬੀਰ ਸਿੰਘ ਬਾਦਲ ਇੰਨਾ ਵਿਹਲਾ ਹੋ ਗਿਆ ਹੈ ਕਿ ਹੁਣ ਉਹਦੇ ਕੋਲ ਸਮਾਂ ਹੀ ਸਮਾਂ ਬਚਿਆ ਹੈ, ਇਲੈਕਸ਼ਨ ਦਾ ਦੌਰ ਹੈ, ਕਿ ਐਮਸੀ ਤੇ ਇੱਕ ਸਰਪੰਚ ਨੂੰ ਰਲਾਉਣ ਆਇਆ ਤੇ ਰਾਜੇ ਵੜਿੰਗ ਬਾਰੇ ਕਹਿ ਰਿਹਾ ਕਿ ਮੈਂ ਐਸਐਸਪੀ ਇਹਨੂੰ ਹੀ ਲਾ ਦਿਆਂਗਾ। ਸੋ ਮੈਂ ਸਮਝਦਾ ਕਿ ਇਸੇ ਕਰਕੇ ਅੱਜ ਅਕਾਲੀ ਦਲ ਦੇ ਇਹ ਹਾਲਾਤ ਹੋਏ ਹੈ। ਮੈਂ ਤਾਂ ਚਾਹੁੰਦਾ ਇਹੋ ਜਿਹੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਰੋਜ਼ ਕਰੇ। ਉਹੀ ਲਾਲ ਡਾਇਰੀ, ਉਹੀ ਲੋਕਾਂ ਨੂੰ ਧਮਕਾਉਣਾ, ਇਹੋ ਜਿਹੀ ਰਾਜਨੀਤਿਕ ਲੋਕ ਪਸੰਦ ਨਹੀਂ ਕਰਦੇ ਹੈ। ਅਗਲਾ ਕਹਿੰਦਾ ਤੂੰ ਮੁੱਖ ਮੰਤਰੀ ਬਣਨ ਦਾ ਦਾਅਵੇਦਾਰ ਹੈ, 60 ਸਾਲ ਦੀ ਉਮਰ ਹੈ, ਪ੍ਰਕਾਸ਼ ਸਿੰਘ ਬਾਦਲ ਦਾ ਸੁਪੁੱਤਰ ਹੈ, ਕੇਂਦਰੀ ਮੰਤਰੀ ਰਿਹਾ ਮੈਂ, ਅਕਾਲੀ ਦਲ ਦਾ ਮੁਖੀ ਹੈ। ਕਿੰਨੀ ਵਾਹਜ਼ਾਤ ਗੱਲ ਕਰਨੀ। ਇਸੇ ਕਰਕੇ ਅੱਜ ਅਕਾਲੀ ਦਲ ਜਿਹੜੀ 100 ਸਾਲ ਪੁਰਾਣੀ ਪਾਰਟੀ ਉਹਦੇ 'ਚ ਇੰਨੀ ਗਿਰਾਵਟ ਆਈ ਹੈ। ਹਾਲਾਤ ਅੱਜ ਇਹ ਦੱਸ ਰਿਹਾ ਹੈ, ਕਹਿੰਦੇ ਸੂਰਜ ਚੜ੍ਹਨਾ ਬੰਦ ਹੋ ਸਕਦਾ, ਲੇਕਿਨ ਅਕਾਲੀ ਦਲ ਦੇ ਜਿਹੜੇ ਹਾਲਾਤ ਹੈ ਸਰਕਾਰ ਬਣਾਉਣ ਦੇ ਨਜ਼ਦੀਕ ਵੀ ਨਹੀਂ ਆ ਸਕਦੇ। ਇਹ ਹਾਲਾਤ ਪੈਦਾ ਹੋ ਸਕੇ। ਛੋਟੀਆਂ ਪਾਰਟੀਆਂ ਉੱਪਰ ਆ ਗਈਆਂ ਉਹਨਾਂ ਨਾਲੋਂ, ਜਿਨ੍ਹਾਂ ਦਾ ਕੋਈ ਵਜੂਦ ਨਹੀਂ ਸੀਗਾ, ਉਹ ਅਕਾਲੀ ਦਲ ਦੇ ਮੁਕਾਬਲੇ 'ਚ ਆ ਕੇ ਖੜੀਆਂ ਹੋ ਗਈਆਂ। ਇਹ ਸਾਰੀ ਸੁਖਬੀਰ ਸਿੰਘ ਬਾਦਲ ਦੀ ਸ਼ਬਦਾਵਲੀ ਦੀ ਤੇ ਉਹਦੀ ਜਿਹੜੀ ਕਾਰਗੁਜ਼ਾਰੀ ਹੈ, ਜਿਹੜੇ ਉਹਦੇ ਨਾਲ ਉਹਦੇ ਸਾਥੀ ਸੰਗੀ ਨੇ, ਉਹਨਾਂ ਦਾ ਕੰਮ ਹੈ। ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਜੇ ਸੂਝਵਾਨ ਵਿਅਕਤੀ ਸਨ, ਉਹ ਆਪਦੇ ਨਾਲ ਸਲਾਹਕਾਰ ਚੰਗੇ ਰੱਖਦੇ ਸਨ। ਉਹ ਕਦੇ ਇਹੋ ਜਿਹੇ ਛੋਟੇ ਮਾਮਲਿਆਂ 'ਚ ਮੈਨੂੰ ਲੱਗਦਾ ਮੈਂ ਕਦੇ ਦੇਖਿਆ ਨਹੀਂ ਕਿ ਐਮਸੀ ਆ ਕੇ ਤੇ ਉੱਥੇ ਜਾ ਕੇ ਕਹਿਣਾ ਮੈਂ ਚੱਕ ਦੂੰਗਾ, ਠੋਕ ਦੂੰਗਾ, ਧਰ ਦੂੰਗਾ। ਸੋ ਇਹ ਗਿਰਾਵਟ ਐਡੇ ਵੱਡੇ ਪਰਿਵਾਰ ਤੋਂ ਇੱਥੇ ਥੱਲੇ ਆਉਣਾ, ਅਸਮਾਨ ਤੋਂ ਜਮਾਂ ਜ਼ਮੀਨ ਤੇ, ਇਹ ਸਭ ਕਾਰਗੁਜ਼ਾਰੀ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਦੀ ਹੈ। ਚਾਹ ਵਾਲੀ ਦੁਕਾਨ ਤੇ ਬੈਠਿਆ, ਮੈਂ ਕਿਸੇ ਨੂੰ ਪੁੱਛਿਆ ਜੀ ਗਿੱਦੜਬਾਹੇ ਦੀ ਕੀ ਪੋਜੀਸ਼ਨ ਹੈ, ਤੇ ਉੱਥੇ ਇੱਕ ਆਮ ਬੰਦਾ ਬੈਠਾ ਸੀ। ਉਹ ਕਹਿੰਦਾ ਜੇ ਰਾਜਾ ਵੜਿੰਗ ਬਠਿੰਡੇ ਤੋਂ ਲੜਦਾ ਤੇ ਇਹਨੂੰ ਜਾਣ ਦੀ ਵੀ ਲੋੜ ਨਹੀਂ ਸੀ, ਪਰ ਇੱਥੇ ਇਹਨੂੰ ਮਿਹਨਤ ਜ਼ਿਆਦਾ ਕਰਨੀ ਪੈ ਰਹੀ ਹੈ। ਇਹ ਸੱਚਾਈ ਹੈ? ਹਾਂ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ ਥੋੜਾ ਜਿਹਾ ਲੋਕਾਂ ਨੂੰ ਹੋ ਜਾਂਦਾ ਹੈ। ਬਟ ਗਿੱਦੜਬਾਹ ਦੇ ਲੋਕ ਬਹੁਤ ਪਿਆਰ ਕਰਦੇ ਆ ਪੰਨੂ ਸਾਹਿਬ। ਅੱਜ ਮੈਂ
ਮਿਹਨਤ ਇਸ ਕਰਕੇ ਕਰਨੀ ਪੈ ਰਹੀ ਹੈ ਕਿ ਮੈਨੂੰ ਘੇਰਿਆ ਹੋਇਆ ਚਾਰ ਚੁਫੇਰਿਓਂ। ਕਈ ਬਾਦਲਾਂ ਨੇ ਘੇਰਿਆ ਹੋਇਆ ਹੈ, ਕਈ ਲੋਕਾਂ ਨੇ ਘੇਰਿਆ ਹੋਇਆ ਹੈ, ਕਈ ਵੱਡੇ ਲੋਕਾਂ ਨੇ ਘੇਰਿਆ ਹੋਇਆ। ਉਹਨਾਂ ਨੂੰ ਆਪਦੀ ਸੀਟ ਦਾ ਘੱਟ ਫਿਕਰ ਹੈ। ਮੈਂ ਕਿਹਾ ਪਤੰਦਰੋ ਆਪਦੀ ਸੀਟ ਦਾ ਦੇਖੋ, ਮੇਰਾ ਨਾ ਫਿਕਰ ਕਰੋ। ਮੈਂ ਤਾਂ ਜਿੱਤ ਗਿਆ ਤਾਂ ਵੀ ਕੋਈ ਨਹੀਂ, 19-21 ਹੋ ਗਿਆ ਤਾਂ ਵੀ ਕੋਈ ਗੱਲ ਨਹੀਂ। ਲੇਕਿਨ ਉਹ ਸਾਰਿਆਂ ਨੇ ਮੈਨੂੰ ਅੱਡ ਵੱਡ, ਆਪਦਿਆਂ ਨੇ ਵੀ ਘੇਰਿਆ ਹੋਇਆ, ਬਗਾਨਿਆਂ ਨੇ ਤਾਂ ਘੇਰਨਾ ਹੀ ਘੇਰਨਾ। ਸੋ ਕੁਝ ਜਿਹੜੇ ਮਾਫੀਆ, ਤੁਹਾਨੂੰ ਨੁਕਸਾਨ ਵੀ ਝੱਲਣੇ ਪੈਂਦੇ, ਅਲੱਗ-ਅਲੱਗ ਮਾਫੀਆਜ਼ ਹੈ ਜਿਹੜੇ, ਉਹਨਾਂ ਨੂੰ ਲੱਗਦਾ ਕਿ ਇਹਨੂੰ ਬਚਾਓ, ਇਹ ਨਾ ਦੁਬਾਰੇ ਉੱਥੇ ਪਹੁੰਚ ਜੇ। ਸੋ ਬਟ ਮੈਨੂੰ ਲੱਗਦਾ ਕਿ ਗਿੱਦੜਬਾਹਾ ਦੇ ਬਹੁਤ ਲੋਕ ਸੂਝਵਾਨ ਨੇ, ਬੜੇ ਪਿਆਰ ਕਰਨ ਵਾਲੇ ਨੇ, ਤੇ ਅਸੀਂ ਪਿਛਲੀ ਵਾਰੀ 19,000 ਵੋਟਾਂ ਦੇ ਨਾਲ ਜਿੱਤੇ ਹਾਂ। ਸੋ ਇਸ ਵਾਰੀ ਜਿਹੜੇ ਕੰਮ ਹੈ, ਜਦੋਂ ਮੈਨੂੰ ਜਾਣਦੇ ਨਹੀਂ ਸੀ ਲੋਕ, ਇਸ ਵਾਰੀ ਬਹੁਤ ਡਿਵੈਲਪਮੈਂਟ ਕਰਾਈ ਗਿੱਦੜਬਾਹਾ 'ਚ। ਲੋਕ ਇਹ ਗੱਲ ਮੰਨਦੇ ਆ ਕਿ ਬਹੁਤ ਡਿਵੈਲਪਮੈਂਟ ਹੋਈ ਹੈ। ਸੋ ਮੈਨੂੰ ਪੂਰਨ ਉਮੀਦ ਹੈ ਕਿ ਠੀਕ ਹੈ, ਜ਼ੋਰ ਤਾਂ ਫਿਰ ਜਦੋਂ ਘੁਲਦੇ ਹੋਣ ਤੁਸੀਂ ਕਿਸੇ ਨਾਲ, ਉਦੋਂ ਜ਼ੋਰ ਤਾਂ ਪੂਰਾ ਹੀ ਲਾਉਣਾ ਚਾਹੀਦਾ। ਤੁਹਾਨੂੰ ਔਖਾ ਵੀ ਹੋਣਾ ਪੈਂਦਾ, ਬਟ ਪਰਮਾਤਮਾ ਬਹੁਤ ਭਲੀ ਕਰੇਗਾ, ਬਹੁਤ ਕਿਰਪਾ ਕਰੇਗਾ। ਵੜਿੰਗ ਸਾਹਿਬ, ਕਿਉਂਕਿ ਤੁਸੀਂ ਇੱਕ ਉਸ ਜਿਹੜਾ ਤਬਕਾ ਉਹਨੂੰ ਵੀ ਰਿਪਰੈਜ਼ੈਂਟ ਕਰਦੇ ਹੋ, ਜਿਹਨੇ ਅਜੇ ਅੱਗੇ ਜਾ ਕੇ ਰਾਜਨੀਤੀ ਬਹੁਤ ਸਾਰੀ ਵੇਖਣੀ ਆ, ਬਹੁਤ ਸਾਰੀਆਂ ਤਰੱਕੀਆਂ ਜਿਹੜੀਆਂ ਉਹ ਕਰਨੀਆਂ ਨੇ, ਪਰ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਤਾਂ ਗਈ ਆਲਮੋਸਟ। ਕੁਝ ਤੁਹਾਡੀ ਪਾਰਟੀ ਦੇ ਪੱਧਰ ਦੇ ਉੱਤੇ ਕਦੀ ਕੋਈ ਗੱਲਾਂ ਹੁੰਦੀਆਂ ਨੇ? ਕਿਉਂਕਿ ਮੈਨੂੰ ਹੈਰਾਨਗੀ ਹੁੰਦੀ ਹੈ ਜਦੋਂ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਆਇਲਟਸ ਦੇ ਵਾਸਤੇ ਕਿਸੇ ਨਾਲ ਕੰਟਰੈਕਟ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ ਹੋਈ ਕਹਿੰਦੇ 10 ਲੱਖ ਰੁਪਈਆ ਦੇਵਾਂਗੇ, ਇੱਥੋਂ ਚਲੇ ਜਾਓ ਤੁਸੀਂ। ਇਹ ਤਾਂ ਯੂਥ ਨੂੰ ਕੱਢਿਆ ਜਾ ਰਿਹਾ ਹੈ। ਕਿਵੇਂ ਰੁਕੂਗਾ? ਨਹੀਂ, ਕੁਆਲਿਟੀ ਐਜੂਕੇਸ਼ਨ ਦੇਣੀ ਪਏਗੀ। ਐਜੂਕੇਸ਼ਨ ਦੇ ਨਾਲ ਲੋਕਾਂ ਨੂੰ ਇੰਪਲੋਇਮੈਂਟ ਨਾਲ ਜੋੜਨਾ ਪਏਗਾ। ਅਗਰ ਯੂਥ ਨੂੰ ਤੁਸੀਂ ਰੋਕਣਾ ਚਾਹੁੰਦੇ ਹੋ, ਤੁਹਾਨੂੰ ਇੱਕ ਸਿਸਟਮ ਬਣਾਉਣਾ ਪਏਗਾ। ਜਦੋਂ ਯੂਥ ਨੂੰ ਕੁਝ ਨਜ਼ਰ ਨਹੀਂ ਆਏਗਾ ਤਾਂ ਯੂਥ ਬਾਹਰ ਜਾਏਗਾ। ਔਰ ਜੇ ਅਗਰ ਅਸੀਂ ਲੋਕ ਹੀ ਉਹਨਾਂ ਨੂੰ ਪ੍ਰਮੋਟ ਕਰਾਂਗੇ ਕਿ ਪੰਜਾਬੋਂ ਬਾਹਰ ਚਲੇ ਜਾਓ, ਤਾਂ ਫਿਰ ਮੈਨੂੰ ਲੱਗਦਾ ਫਿਰ ਸਰਕਾਰਾਂ ਦਾ ਕੋਈ ਫਾਇਦਾ ਨਹੀਂ ਹੈ। ਇਹ ਮੈਂ ਪ੍ਰਗਟ ਸਿੰਘ, ਚੰਨੀ ਸਾਹਿਬ, ਸਮਾਂ ਘੱਟ ਸੀਗਾ, ਅਸੀਂ ਕਾਫੀ ਵਾਰੀ ਇਸ ਗੱਲ ਤੇ ਵਿਚਾਰ ਕੀਤਾ ਕਿ ਐਸਾ ਨੈਟਵਰਕ, ਐਸਾ, ਕਿਉਂਕਿ ਕੁਆਲਿਟੀ ਐਜੂਕੇਸ਼ਨ ਬਿਲਕੁਲ ਡਿੱਗ ਪਈ ਹੈ। ਕਾਲਜਸ ਖਾਲੀ ਹੋ ਗਏ ਨੇ। ਅਸੀਂ ਕੋਈ ਨਵੇਂ ਟੀਚਰਸ ਨਹੀਂ ਭਰਤੀ ਕਰ ਸਕੇ, ਅਸੀਂ ਕੋਈ ਨਵੀਆਂ ਸਕੀਮਸ ਨਹੀਂ ਲੈ ਸਕੇ, ਉਹਨਾਂ ਨੂੰ ਜੌਬ ਦੇ ਉਹਨਾਂ ਨਾਲ ਜੋੜਿਆ ਨਹੀਂ ਗਿਆ ਕਿ ਜਿਹੜਾ ਬੰਦਾ ਬਈ ਪੜ੍ਹ ਕੇ ਇੱਥੋਂ BA ਪੜ੍ਹ ਕੇ ਉਹਨੂੰ ਇਹ ਰੋਜ਼ਗਾਰ ਮਿਲੇਗਾ। ਸੋ ਉਹਦੇ ਬਾਰੇ ਬਿਲਕੁਲ ਸੋਚਣਾ ਪਏਗਾ। ਅਗਰ ਪੰਜਾਬ ਨੂੰ ਬਚਾਉਣਾ ਹੈ, ਅਗਰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ, ਅਗਰ ਪੰਜਾਬ ਖਾਲੀ ਨਾ ਹੋ ਜਾਏ, ਇਹ ਨਾ ਹੋਵੇ ਕੱਲ ਹੀ ਖੇਤ ਹੀ ਰਹਿ ਜਾਂਦੇ, ਇਹਨਾਂ ਨੂੰ ਸਾਂਭਣ ਵਾਲਾ ਕੋਈ ਨਾ ਰਵੇ। ਸੋ ਉਹਦੇ ਵਾਸਤੇ ਗੰਭੀਰਤਾ ਨਾਲ ਪੰਨੂ ਸਾਹਿਬ ਸੋਚਣਾ ਪਏਗਾ। ਜਿਹੜੀ ਵੀ ਸਰਕਾਰ ਬਣੇ, ਸਾਨੂੰ ਮੌਕਾ ਮਿਲਿਆ ਤਾਂ ਅਸੀਂ ਜ਼ਰੂਰ ਇਸ ਤੇ ਜ਼ਰੂਰ ਦਮ ਤੇ ਜ਼ੋਰ ਭਰਾਂਗੇ ਕਿ ਯਾਰ ਪੰਜਾਬ ਨੂੰ ਬਚਾਈਏ, ਨਹੀਂ ਤਾਂ ਪੰਜਾਬ ਕੱਲਾ ਖਾਲੀ ਪੰਜਾਬ ਰਹਿ ਜਾਏਗਾ। ਇੱਕ ਲਾਸਟ ਦੇ ਵਿੱਚ, ਜਿਹੜੇ ਕੱਲ ਨੂੰ ਹੋਰ ਰਾਜਾ ਵੜਿੰਗ ਵੀ ਹੁਣ ਸਿਆਸਤ ਦੇ ਵਿੱਚ, ਰਾਜਾ ਵੜਿੰਗ ਤੋਂ ਸਿੰਬੋਲਿਕਲੀ ਮੈਂ ਇਹ ਕਹਿ ਰਿਹਾ ਆਮ ਘਰ ਦੇ ਵਿੱਚੋਂ ਜਿਹੜਾ ਉੱਠਿਆ ਹੋਇਆ, ਇਸ ਪਾਸੇ ਵੱਲ ਕੋਈ ਆਪਣੇ ਧੀ ਪੁੱਤ ਨੂੰ ਆਉਣ ਨਹੀਂ ਦੇਣਾ ਚਾਹੁੰਦਾ, ਕਿ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ? ਨਹੀਂ, ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ, ਅਗਰ ਤੁਹਾਡੀ ਸੋਚ ਚੰਗੀ ਹੈ, ਅਗਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨੂੰ ਬਦਲਣਾ ਚਾਹੁੰਦੇ ਹੋ, ਕਿਉਂਕਿ ਅਗਰ ਤੁਸੀਂ ਦੇਖੋ ਜਿਹੜਾ ਸਾਡਾ ਵਿਰਸਾ, ਭਗਤ ਸਿੰਘ ਵਰਗੇ ਲੋਕਾਂ ਨੇ ਆਪਦੀ ਜਾਨ ਦੀ ਸ਼ਹਾਦਤ ਦੇ ਕੇ, ਔਖਾ ਕੀਤਾ ਬਹੁਤ ਹੈ ਇਹਦੇ ਚ ਮੁਸ਼ਕਿਲਾਂ ਬੜੀਆਂ ਹੈ, ਇਹਦੇ ਚੌਕੜਾਂ ਬੜੀਆਂ ਹੈ, ਔਰ ਐਡਾ ਸੌਖਾ ਕੰਮ ਨਹੀਂ ਹੈ ਰਾਜਨੀਤਿਕ ਨੂੰ ਕਰਨਾ। ਲੇਕਿਨ ਕਿਸੇ ਨਾ ਕਿਸੇ ਨੂੰ ਤਾਂ ਬੀੜਾ ਚੁੱਕਣਾ ਪਏਗਾ। ਮੈਂ ਤਾਂ ਉਹਨਾਂ ਆਮ ਲੋਕਾਂ ਦੇ ਘਰਾਂ ਦੇ ਮੁੰਡਿਆਂ ਨੂੰ, ਨੌਜਵਾਨਾਂ ਨੂੰ, ਜਿਨ੍ਹਾਂ ਦੇ ਮਨ ਵਿੱਚ ਤਮੰਨਾ ਹੈ ਪੰਜਾਬ ਨੂੰ ਸੁਧਾਰਨ ਦੀ, ਤੇ ਪੰਜਾਬ ਨੂੰ ਸੋਹਣੇ, ਮੇਰੇ ਪੰਜਾਬ ਨੂੰ ਹੱਸਦਾ ਵਸਦਾ ਵੇਖਣ ਦੀ, ਜਿਹੜੇ ਚਾਹੁੰਦੇ ਆ ਕਿ ਸਾਡੇ ਕੁਝ ਕਰਨ ਨਾਲ ਅਸੀਂ ਪੰਜਾਬ ਨੂੰ ਅੱਗੇ ਲੈ ਜਾਈਏ, ਮੁੜ ਵਾਪਸ ਉਸੇ ਪੰਜਾਬ ਨੂੰ ਲੈ ਆਈਏ, ਉਹਨਾਂ ਲੋਕਾਂ ਨੂੰ ਇਸ ਰਾਜਨੀਤੀ ਦੇ ਵਿੱਚ ਜ਼ਰੂਰ ਆਪਦਾ ਪੈਰ ਧਰਨਾ ਚਾਹੀਦਾ। ਬੇਸ਼ੱਕ ਕਿਸੇ ਪਾਰਟੀ ਦੀ ਸੋਚ ਨਾਲ ਮੈਨੂੰ ਕੋਈ ਇਤਰਾਜ਼ ਨਹੀਂ ਕਿ ਕੱਲੀ ਕਾਂਗਰਸ ਨਾਲ, ਲੇਕਿਨ ਅਗਰ ਚੰਗੇ ਲੋਕ ਸਿਸਟਮ ਦੇ ਵਿੱਚ ਆਉਣਗੇ। ਹੁਣ ਇੱਕ ਰਾਜਨੀਤਿਕ ਨੂੰ, ਜਦੋਂ ਰਾਜਨੀਤੀ ਨੂੰ ਲੋਕ ਵੇਖਦੇ ਆ, ਰਾਜਨੀਤਿਕ ਵਿਅਕਤੀ ਨੂੰ ਵੇਖਦੇ ਆ ਕੁੜਤੇ ਪਜਾਮੇ ਵਾਲ ਨੂੰ, ਤਾਂ ਲੋਕ ਨਫ਼ਰਤ ਪੈਦਾ, ਉਹਨਾਂ ਦੇ ਮਨ 'ਚ ਨਫ਼ਰਤ ਹੁੰਦੀ ਹੈ। ਮੈਂ ਆਪਦੀ ਗੱਲ ਸੁਣਾਉਣਾ, ਕਈ ਵਾਰੀ ਮੈਂ ਆਲ ਇੰਡੀਆ ਪ੍ਰੈਜ਼ੀਡੈਂਟ ਸੀ ਤੇ 에어ਪੋਰਟ ਤੇ ਕੁੜਤਾ ਪਜਾਮਾ ਪਾਇਆ ਹੁੰਦਾ ਸੀ, ਮੈਂ ਲੇਟ ਹੋ ਜਾਂਦਾ ਸੀ, ਤੇ ਇਫ ਆਈ ਆਸਕ ਸਮਬਡੀ ਕਿ ਯਾਰ ਕੈਨ ਯੂ ਡੂ ਮੀ ਅ ਫੇਵਰ, ਮੈਂ ਅੱਗੇ ਚਲਾ ਜਾਵਾਂ, ਤੁਸੀਂ ਨੋ 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 ਨੋ, ਮੇਰਾ ਬੋਰਡਿੰਗ ਹੋਣ ਵਾਲਾ ਹੈ, ਮੇਰਾ ਬੋਰਡਿੰਗ, ਬਿਕੋਜ਼ ਉਹਨੇ ਮੇਰੇ ਕੁੜਤਾ ਪਜਾਮਾ ਪਾ ਕੇ ਪਾਇਆ, ਦੇਖ ਲਿਆ ਵੀ ਹੀ ਇਜ਼ ਅ ਲੀਡਰ। ਚਾਹੇ ਮੈਂ ਜੈਨੂਨ ਹੁੰਦਾ ਸੀ, ਮੇਰਾ ਬੋਰਡਿੰਗ ਹੋ ਰਿਹਾ ਹੁੰਦਾ ਸੀ, ਪਰ ਜਿੱਦੇ ਮੇਰੀ ਪੈਂਟ ਸ਼ਰਟ ਪਾਈ ਹੁੰਦੀ ਸੀ ਤੇ ਉਹਦੇ ਮੈਂ ਕਹਿੰਦਾ ਸੀ ਕਿ ਪਲੀਜ਼ ਐਕਸਕਿਊਜ਼ ਮੀ, ਕੈਨ ਯੂ ਡੂ ਮੀ ਅ ਫੇਵਰ, ਉਹ ਕਹਿੰਦੇ ਸੀ ਹਾਂਜੀ ਹਾਂਜੀ, ਕਮ 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 ਕਮ। ਕਿਉਂਕਿ ਇਹ ਨਜ਼ਰੀਆ ਜਿਹੜਾ ਲੋਕਾਂ ਦਾ ਹੈ ਰਾਜਨੀਤਿਕ ਲੋਕਾਂ ਦੇ ਵਿੱਚ, ਇਹ ਉਹੀ ਲੋਕ ਬਦਲ ਸਕਦੇ ਨੇ ਜਿਨ੍ਹਾਂ ਦੀ ਸੋਚ ਚੰਗੀ ਨੇ, ਜਿਹੜੇ ਕੇਵਲ ਪੈਸਾ ਕਮਾਉਣ ਆਉਂਦੇ ਨੇ, ਲੁੱਟਣ ਆਉਂਦੇ ਨੇ, ਜਿਨ੍ਹਾਂ ਦਾ ਕੋਈ ਪਿਆਰ ਨਾ, ਪੰਜਾਬ ਨਾਲ ਪਿਆਰ ਨਹੀਂ ਹੈ। ਉਹ ਮੇਰੇ ਪੰਜਾਬ ਨੂੰ, ਉਹਨਾਂ ਲੋਕਾਂ ਨੇ ਮੇਰੇ ਪੰਜਾਬ ਦਾ ਇਹ ਹਾਲ ਕੀਤਾ। ਔਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ
ਕਿਰਪਾ ਕਰਕੇ ਹਰ ਬੰਦਾ ਆਪਦੇ ਵਾਸਤੇ ਕਰਦਾ ਹੈ, ਹਰ ਬੰਦਾ ਆਪਦੇ ਪਰਿਵਾਰ ਵਾਸਤੇ ਕਰਦਾ ਹੈ, ਹਰ ਬੰਦਾ ਆਪਦੇ ਰਿਸ਼ਤੇਦਾਰਾਂ ਵਾਸਤੇ ਕਰਦਾ ਹੈ, ਬੱਚਿਆਂ ਵਾਸਤੇ ਕਰਦਾ। ਆਓ ਰਲ ਮਿਲ ਕੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਜ਼ਰੂਰ ਇਸ ਰਾਜਨੀਤਿਕ ਦੇ ਦੰਗਲ ਦੇ ਵਿੱਚ ਤੁਸੀਂ ਆਓਗੇ ਤਾਂ ਸ਼ਾਇਦ ਮੇਰਾ ਪੰਜਾਬ ਜਿਹੜਾ ਉਹ ਪੰਜਾਂ ਦਰਿਆਵਾਂ ਦੀ ਧਰਤੀ ਜਿਹਦੀਆਂ ਗੱਲਾਂ ਲੋਕ ਕਰਿਆ ਕਰਦੇ ਸੀ ਉਹ ਮੁੜ ਵਾਪਸ ਆ ਜਾਏ। ਇਹੀ ਸੁਨੇਹਾ ਦੇਣਾ ਚਾਹੁੰਦਾ। ਧੰਨਵਾਦ ਵੜਿੰਗ ਸਾਹਿਬ, ਤੁਹਾਡਾ ਕਾਫਲਾ ਅਸੀਂ ਰੋਕ ਕੇ ਰਸਤੇ ਦੇ ਵਿੱਚ ਪੈਲੀਆਂ ਦੇ ਵਿੱਚ, ਵੈਸੇ ਇਹ ਆਪਣਾ ਕਿਸਮ ਦਾ ਵੱਖਰਾ ਤਜਰਬਾ ਹੈ। ਤੁਸੀਂ ਇੰਨਾ ਸਮਾਂ ਦਿੱਤਾ, ਮੈਨੂੰ ਪਤਾ ਬਹੁਤ ਬਿਜ਼ੀ ਆ, ਬਹੁਤ ਸਾਰੇ ਥਾਵਾਂ ਤੇ ਜਾਣਾ। ਇਹਨਾਂ ਦਿਨਾਂ ਜਿਹੜੇ ਭੋਗ ਤੇ ਨਾ ਪਹੁੰਚੇ, ਵਿਆਹ ਤੇ ਨਾ ਪਹੁੰਚੇ, ਉਹਨੇ ਨਾਰਾਜ਼ ਹੋ ਜਾਣਾ। ਬਹੁਤ ਧੰਨਵਾਦ ਔਰ ਗੁੱਡ ਲੱਕ ਤੁਹਾਡੇ ਵਾਸਤੇ ਕਿ ਤੁਸੀਂ ਦੁਬਾਰਾ ਫੇਰ ਕਾਮਯਾਬ ਹੋ। ਥੈਂਕ ਯੂ ਪੰਨੂ ਸਾਹਿਬ। ਕਿਸੇ ਨੇ ਲਿਖਿਆ ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ। ਪੰਨੂ ਸਾਹਿਬ ਜੇ ਇੰਟਰਵਿਊ ਸਾਡੀ ਕਰਨ ਤਾਂ ਅਸੀਂ ਤਾਂ ਚਾਹਾਂਗੇ ਵੀ ਉਹਦੇ ਸਾਰਾ ਟੂਰ ਪ੍ਰੋਗਰਾਮ ਕੈਨਸਲ ਕਰ ਦਿਆਂਗੇ ਪੰਨੂ ਸਾਹਿਬ ਨੂੰ। ਕਿ ਪੰਨੂ ਸਾਹਿਬ ਨੂੰ ਜਿਹੜੇ ਸੁਣਨ ਵਾਲੇ ਲੋਕ ਹੈ ਉਹ ਵੱਖਰੀ ਕਿਸਮ ਦੇ ਲੋਕ ਹੈ, ਉਹ ਬੁੱਧੀਜੀਵ ਲੋਕ ਹੈ, ਉਹ ਇੱਕ ਪਰਸੈਪਸ਼ਨ ਬਣਦੀ ਹੈ। ਔਰ ਜਦੋਂ ਪੰਨੂ ਸਾਹਿਬ ਤੁਹਾਡੇ ਵਰਗੇ ਬੰਦੇ ਕੋਈ ਚੰਦ ਸ਼ਬਦ ਚੰਗੇ ਲੋਕਾਂ ਵਾਸਤੇ ਚੰਗਾ ਲਿਖਦੇ ਆ, ਮੈਂ ਸਮਝਦਾ ਕਿ ਤੁਸੀਂ ਆਮ ਪੱਤਰਕਾਰੀ ਤੋਂ ਉੱਪਰ ਉੱਠ ਕੇ ਹੋ। ਕਈ ਲੋਕ ਤਾਂ ਮੇਰੇ ਵਰਗੇ ਪੇੜ ਖਬਰਾਂ ਲਾ ਦਿੰਦੇ ਨੇ, ਮੈਨੂੰ ਇਹ ਕੋਈ ਝਿਜਕ ਨਹੀਂ ਹੈ, ਪਰ ਕਈ ਲੋਕ ਸੱਚ ਲਿਖਦੇ ਨੇ, ਜੋ ਬਿਨਾਂ ਝਿਜਕ ਲਿਖਦੇ ਨੇ, ਬਿਨਾਂ ਡਰ ਲਿਖਦੇ ਨੇ, ਬਿਨਾਂ ਖੌਫ ਕਹਿੰਦੇ ਨੇ। ਤੁਸੀਂ ਉਹਨਾਂ ਚੋਂ ਇੱਕ ਹੋ। ਮੈਨੂੰ ਤਾਂ ਤੁਸੀਂ ਕਹਿ ਦਿੰਦੇ ਮੈਂ ਪੂਰਾ ਦਿਨ ਵੀ ਤੁਹਾਨੂੰ ਇੱਕ ਦੇ ਦਿੰਦਾ। ਥੈਂਕ ਯੂ ਸੋ ਨਾਈਸ ਆਫ ਯੂ। ਇੰਨੀ ਚੰਗੇ ਲਫ਼ਜ਼ਾਂ ਦੇ ਵਾਸਤੇ ਬਹੁਤ ਮਿਹਰਬਾਨੀ। ਸੰਜੀ, ਰਾਜਾ ਵੜਿੰਗ ਜਿਹੜੇ ਗਿੱਦੜਬਾਹਾ ਤੋਂ ਇੱਕ ਵਾਰੀ ਫੇਰ ਮੈਦਾਨ ਦੇ ਵਿੱਚ ਨੇ ਔਰ ਉਹ ਚਰਚਿਤ ਰਹੇ ਨੇ ਟਰਾਂਸਪੋਰਟ ਮੰਤਰੀ ਦੇ ਤੌਰ ਦੇ ਉੱਤੇ। ਮਿਲਦੇ ਹਾਂ ਅਗਲੇ ਸਫ਼ਰ ਦੇ ਉੱਤੇ ਕਿਸੇ ਹੋਰ ਪਰਸਨੈਲਿਟੀ ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।